ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ एवरीवन। ਹਾਂਜੀ ਪਿਆਰੇ ਵਿਦਿਆਰਥੀਓ, ਫਸਟ ਵੀਡੀਓ ਵਿੱਚ ਆਪਾਂ ਨੇ ਲੈਂਗੁਏਜ ਬੁੱਕ ਦਾ ਫਸਟ ਚੈਪਟਰ ਬੋਲੀ ਜਾਂ ਭਾਸ਼ਾ ਬਾਰੇ ਪੜ੍ਹਿਆ ਸੀ। ਉਸ ਵਿੱਚ ਅਸੀਂ ਕੀ ਸਿੱਖਿਆ ਸੀ ਕਿ ਬੋਲੀ ਕੀ ਹੁੰਦੀ ਹੈ, ਭਾਸ਼ਾ ਕੀ ਹੁੰਦੀ ਹੈ। ਬੋਲੀ ਕੀ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਆਪਣੇ ਮਨ ਦੇ ਵਿਚਾਰਾਂ ਨੂੰ ਦੂਸਰੇ ਨਾਲ ਜਦੋਂ ਸਾਂਝੇ ਕਰਦਾ, ਉਹ ਕਿਸ ਤਰੀਕੇ ਨਾਲ ਸਾਂਝੇ ਕਰਦਾ ਹੈ, ਜਾਂ ਬੋਲ ਕੇ ਜਾਂ ਲਿਖ ਕੇ ਅਸੀਂ ਆਪਣੀ ਗੱਲਬਾਤ ਨੂੰ ਦੂਜੇ ਤੱਕ ਕਿਵੇਂ ਪਹੁੰਚਾਉਣੀ ਹੈ, ਜਾਂ ਬੋਲ ਕੇ ਜਾਂ ਲਿਖ ਕੇ। ਉਸ ਤੋਂ ਬਾਅਦ ਸੀ ਬੋਲੀ ਦੀਆਂ ਕਿਸਮਾਂ। ਬੋਲੀ ਦੋ ਕਿਸਮ ਦੀ ਹੁੰਦੀ ਹੈ, ਬੋਲ ਚਾਲ ਦੀ ਬੋਲੀ ਜਾਂ ਮੌਖਿਕ ਬੋਲੀ, ਜਿਸ ਵਿੱਚ ਕੋਈ ਵੀ ਮਨੁੱਖ ਆਪਣੇ ਮਨ ਦੀ ਗੱਲਬਾਤ ਨੂੰ ਦੂਸਰੇ ਵਿਅਕਤੀ ਨਾਲ ਬੋਲ ਕੇ ਸਾਂਝੀ ਕਰਦਾ ਹੈ। ਇਸ ਨੂੰ ਅਸੀਂ ਬੋਲਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ ਕਹਿੰਦੇ ਹਾਂ। ਪਰ ਇਹ ਬਹੁਤੀ ਸ਼ੁੱਧ ਭਾਸ਼ਾ ਨਹੀਂ ਹੁੰਦੀ। ਇਸ ਭਾਸ਼ਾ ਨੂੰ ਅਸ਼ੁੱਧ ਭਾਸ਼ਾ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਅਸੀਂ ਬੋਲਦੇ ਸਮੇਂ ਆਪਣੇ ਹੀ ਹਿਸਾਬ ਨਾਲ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਅਤੇ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ। ਦੂਸਰੀ ਕਿਸਮ ਬਾਰੇ ਪੜ੍ਹਿਆ ਸੀ ਲਿਖਤੀ ਭਾਸ਼ਾ, ਸਾਹਿਤਿਕ ਭਾਸ਼ਾ ਜਾਂ ਟਕਸਾਲੀ ਭਾਸ਼ਾ। ਤਿੰਨਾਂ ਦਾ ਸੇਮ ਮੀਨਿੰਗ ਹੈ। ਇਹ ਇੱਕ ਸ਼ੁੱਧ ਭਾਸ਼ਾ ਹੁੰਦੀ ਹੈ। ਕਿਉਂ ਸ਼ੁੱਧ ਭਾਸ਼ਾ ਹੁੰਦੀ ਹੈ? ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਹੁੰਦੀ ਹੈ ਕਿ ਜਦੋਂ ਕੋਈ ਵੀ ਵਿਅਕਤੀ ਆਪਣੇ ਮਨ ਦੇ ਵਿਚਾਰਾਂ ਨੂੰ ਲਿਖ ਕੇ, ਆਪਣੇ ਸੁਨੇਹੇ ਨੂੰ ਲਿਖ ਕੇ ਦੂਜੇ ਵਿਅਕਤੀ ਤੱਕ ਪਹੁੰਚਾਉਂਦਾ ਹੈ, ਉਸ ਨੂੰ ਅਸੀਂ ਲਿਖਤੀ ਭਾਸ਼ਾ ਕਹਿੰਦੇ ਹਾਂ। ਇਹ ਭਾਸ਼ਾ ਸ਼ੁੱਧ ਭਾਸ਼ਾ ਹੁੰਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਇਹ ਵਿਆਕਰਨਿਕ ਨਿਯਮਾਂ ਵਿੱਚ ਬੱਝੀ ਹੁੰਦੀ ਹੈ ਕਿ ਸਾਨੂੰ ਵਿਆਕਰਨਿਕ ਤੌਰ 'ਤੇ ਕੁਝ ਨਿਯਮ ਬਣਾਏ ਹੁੰਦੇ ਨੇ, ਤਾਂ ਅਸੀਂ ਭਾਸ਼ਾ ਨੂੰ ਵਿਆਕਰਨਿਕ ਨਿਯਮਾਂ ਦੇ ਅਨੁਸਾਰ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਦਿੰਦੇ ਹਾਂ। ਇਸ ਲਈ ਇਹ ਭਾਸ਼ਾ ਸ਼ੁੱਧ ਭਾਸ਼ਾ ਹੁੰਦੀ ਹੈ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਉਪ ਬੋਲੀ ਬਾਰੇ ਕਿ ਉਪ ਭਾਸ਼ਾ ਕੀ ਹੁੰਦੀ ਹੈ। ਕਿ ਜਦੋਂ ਪਹਿਲਾਂ ਦੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਆਵਾਜਾਈ ਦੇ ਬਹੁਤੇ ਸਾਧਨ ਨਹੀਂ ਸੀ, ਨਾ ਮਾਤਰ ਹੀ ਸੀ, ਤਾਂ ਲੋਕ ਇੱਕ ਦੂਜੇ ਨੂੰ ਮਿਲਣ ਲਈ ਪੈਦਲ ਜਾਂਦੇ ਸੀ ਜਾਂ ਬੈਲ ਗੱਡੀਆਂ ਦੀ ਸਵਾਰੀ ਕਰਦੇ ਸੀ। ਤਾਂ ਉਹਨਾਂ ਨੂੰ ਮਿਲਣ ਲਈ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਣ ਲਈ ਕਾਫੀ ਦਿਨ ਲੱਗ ਜਾਂਦੇ ਸੀ। ਤਾਂ ਉਹ ਆਪਣੇ ਹਿਸਾਬ ਨਾਲ ਸ਼ਬਦਾਂ ਦੀ ਵਰਤੋਂ ਕਰਦੇ ਸੀ। ਤਾਂ ਜਿਹੜੀ ਉਹ ਸ਼ਬਦ ਬੋਲਦੇ ਸੀ ਤਾਂ ਉਹ ਹਰੇਕ ਦੇ ਆਪਣੇ ਆਪਣੇ ਇਲਾਕੇ ਦੇ ਸ਼ਬਦ ਸੀ। ਤਾਂ ਕਿਸੇ ਖਾਸ ਇਲਾਕੇ, ਕੇਂਦਰੀ ਇਲਾਕੇ ਦੇ ਅਧੀਨ ਬੋਲੀ ਜਾਣ ਵਾਲੀ ਭਾਸ਼ਾ ਨੂੰ ਅਸੀਂ ਉਪਬੋਲੀ ਦਾ ਨਾਮ ਦਿੰਦੇ ਹਾਂ ਕਿ ਹਰੇਕ ਇਲਾਕੇ ਦੀ ਆਪਣੀ ਆਪਣੀ ਉਪਭਾਸ਼ਾ ਹੁੰਦੀ ਹੈ। ਵੈਸੇ ਸਾਡੀਆਂ 8 ਉਪਭਾਸ਼ਾਵਾਂ ਹਨ: ਮਾਝੀ, ਮੁਲਤਾਨੀ, ਮਲਵਈ, ਡੋਗਰੀ, ਮੁਲਤਾਨੀ, ਪਟਿਆਲੀ। ਤਾਂ ਜੋ ਸਾਡੇ ਮੌਜੂਦਾ ਪੰਜਾਬ ਦੀਆਂ ਭਾਸ਼ਾਵਾਂ ਨੇ, ਸਾਡੇ ਹੁਣ ਦੇ ਪੰਜਾਬ ਦੀਆਂ ਭਾਸ਼ਾਵਾਂ ਨੇ, ਉਹ ਸਿਰਫ 4 ਨੇ: ਮਾਝੀ, ਦੁਆਬੀ, ਮਲਵਈ ਅਤੇ ਪੁਆਧੀ। ਇਹ ਸਾਡੇ ਹੁਣ ਪੰਜਾਬ ਦੇ ਵਿੱਚ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰੇਕ ਇਲਾਕੇ ਦੀ ਆਪਣੀ ਆਪਣੀ ਉਪਭਾਸ਼ਾ ਹੈ। ਪਰ ਜੋ ਦੂਸਰੀਆਂ 4 ਉਪਭਾਸ਼ਾਵਾਂ ਹਨ, ਉਹ ਪਾਕਿਸਤਾਨੀ ਪੰਜਾਬ ਵਿੱਚ ਚਲੀਆਂ ਗਈਆਂ। ਪਾਕਿਸਤਾਨੀ ਪੰਜਾਬ ਦੀਆਂ ਉਪਭਾਸ਼ਾਵਾਂ ਅਖਵਾਉਂਦੀਆਂ ਹਨ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਭਾਰਤ ਵਿੱਚ ਪ੍ਰਚਲਿਤ ਭਾਸ਼ਾਵਾਂ ਬਾਰੇ ਕਿ ਭਾਰਤ ਵਿੱਚ ਭਾਰਤੀ ਸੰਵਿਧਾਨ ਨੇ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਸੀ। ਉਹ ਕਿਹੜੀਆਂ ਭਾਸ਼ਾਵਾਂ ਨੇ? ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ, ਬੰਗਾਲੀ, ਉੜੀਆ, ਅਸਾਮੀ, ਕਸ਼ਮੀਰੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਉਰਦੂ, ਸੰਸਕ੍ਰਿਤ, ਕੋਂਕਣੀ, ਮਨੀਪੁਰੀ, ਸਿੰਧੀ, ਨੇਪਾਲੀ, ਬੋਡੋ, ਸੰਤਲੀ, ਮੈਥਲੀ ਅਤੇ ਡੋਗਰੀ। ਇਹ ਉਹ 22 ਭਾਸ਼ਾਵਾਂ ਹਨ ਜੋ ਭਾਰਤ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ ਅਤੇ ਭਾਰਤੀ ਸੰਵਿਧਾਨ ਨੇ ਇਹਨਾਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ। ਉਸ ਤੋਂ ਨੈਕਸਟ ਪੁਆਇੰਟ ਅਸੀਂ ਪੜ੍ਹਿਆ ਸੀ ਪੰਜਾਬ ਵਿੱਚ ਪ੍ਰਚਲਿਤ ਭਾਸ਼ਾਵਾਂ ਕਿ ਸਾਡੇ ਪੰਜਾਬ ਸਟੇਟ ਦੇ ਵਿੱਚ, ਪੰਜਾਬ ਰਾਜ ਦੇ ਵਿੱਚ 3 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ: ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਇਹਨਾਂ ਤਿੰਨਾਂ ਭਾਸ਼ਾਵਾਂ ਦਾ ਆਪਣਾ ਆਪਣਾ ਮਹੱਤਵ ਹੈ। ਪੰਜਾਬੀ ਕਿਹੋ ਜਿਹੀ ਭਾਸ਼ਾ ਹੈ? ਇਹ ਸਾਡੇ ਪ੍ਰਾਂਤ ਦੀ ਰਾਜ ਭਾਸ਼ਾ ਹੈ। ਪੰਜਾਬੀਆਂ ਦੀ ਮਾਤ ਭਾਸ਼ਾ ਅਖਵਾਉਂਦੀ ਹੈ। ਪੰਜਾਬੀਆਂ ਦੀ ਮਾਂ ਬੋਲੀ ਹੈ। ਮਾਤ ਭਾਸ਼ਾ ਕਿਹੜੀ ਹੁੰਦੀ ਹੈ ਕਿ ਬੱਚਾ ਜੋ ਜਨਮ ਸਮੇਂ ਆਪਣੀ ਮਾਂ ਕੋਲੋਂ ਸਿੱਖਦਾ ਹੈ, ਉਸ ਨੂੰ ਅਸੀਂ ਮਾਤ ਭਾਸ਼ਾ ਕਹਿੰਦੇ ਹਾਂ। ਉਸ ਤੋਂ ਬਾਅਦ ਹੈ ਹਿੰਦੀ। ਹਿੰਦੀ ਸਾਡੇ ਪੂਰੇ ਭਾਰਤ ਦੀ ਸਾਂਝੀ ਭਾਸ਼ਾ ਹੈ ਕਿ ਭਾਰਤ ਵਿੱਚ ਕੋਈ ਵਿਅਕਤੀ ਕਿਤੇ ਵੀ ਰਹਿੰਦਾ ਹੈ ਤਾਂ ਉਸ ਨੂੰ ਹਿੰਦੀ ਦੀ ਜਾਣਕਾਰੀ, ਹਿੰਦੀ ਦਾ ਗਿਆਨ ਹੋਣਾ ਜ਼ਰੂਰੀ ਹੈ। ਇਸ ਨੂੰ ਰਾਸ਼ਟਰੀ ਭਾਸ਼ਾ ਵੀ ਕਿਹਾ ਜਾਂਦਾ ਹੈ। ਨੈਕਸਟ ਸੀ ਅੰਗਰੇਜ਼ੀ। ਅੰਗਰੇਜ਼ੀ ਕੀ ਹੈ ਕਿ ਇੱਕ ਦੇਸ਼ ਤੋਂ ਬਾਹਰ ਜਾਣ ਲਈ, ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਸੰਬੰਧ ਕਾਇਮ ਰੱਖਣ ਲਈ, ਜਾਣ ਲਈ ਸਾਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਤਾਂ ਹਰ ਇੱਕ ਵਿਅਕਤੀ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਵੀ ਹੋਣਾ ਜ਼ਰੂਰੀ ਹੈ। ਜੇਕਰ ਅਸੀਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਸੰਬੰਧ ਕਾਇਮ ਰੱਖਣਾ ਚਾਹੁੰਦੇ ਹਾਂ, ਅਸੀਂ ਭਾਰਤ ਦੇਸ਼ ਤੋਂ ਬਾਹਰ ਕਿਤੇ ਵੀ ਜਾਂਦੇ ਹਾਂ, ਤਾਂ ਸਾਨੂੰ ਅੰਗਰੇਜ਼ੀ ਦਾ ਗਿਆਨ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਕੀ ਹੈ? ਸਾਡੇ ਭਾਰਤ ਦੀ ਅੰਤਰਰਾਸ਼ਟਰੀ ਇੰਟਰਨੈਸ਼ਨਲ ਲੈਂਗੁਏਜ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ 2 ਹੋਰ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ, ਪੜ੍ਹੀਆਂ ਜਾਂਦੀਆਂ ਹਨ।
ਵਾਧੂ ਵਿਸ਼ੇ ਦੇ ਤੌਰ 'ਤੇ ਅਸੀਂ ਇਹਨਾਂ ਨੂੰ ਪੜ੍ਹ ਸਕਦੇ ਹਾਂ, ਉਹ ਹਨ ਉਰਦੂ ਅਤੇ ਸੰਸਕ੍ਰਿਤ। ਤਾਂ ਇਹ ਸੀ ਆਪਣਾ ਫਸਟ ਚੈਪਟਰ ਪੰਜਾਬੀ ਵਿਆਕਰਨ ਦਾ, ਬੋਲੀ ਜਾਂ ਭਾਸ਼ਾ ਬਾਰੇ। ਹੁਣ ਆਪਾਂ ਬੱਚੇ ਇਸ ਚੈਪਟਰ ਦਾ ਬੁੱਕ ਵਰਕ ਕਰਾਂਗੇ। ਤਾਂ ਸਭ ਤੋਂ ਫਸਟ ਕੁਐਸਚਨ ਹੈ ਬਹੁ ਵਿਕਲਪੀ ਪ੍ਰਸ਼ਨ। ਬਹੁ ਵਿਕਲਪੀ ਪ੍ਰਸ਼ਨ ਕਿਹੜੇ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਵਿੱਚ ਮਲਟੀਪਲ ਕੁਐਸਚਨਸ MCQ ਬੋਲਦੇ ਹਾਂ। ਤਾਂ ਫਸਟ ਕੁਐਸਚਨ ਹੈ ਬੋਲੀ ਕਾਹਦਾ ਸਾਧਨ ਹੈ। ਤੁਹਾਨੂੰ ਨੀਚੇ 4 ਆਪਸ਼ਨਸ ਦਿੱਤੇ ਹੋਏ ਨੇ, ਤਾਂ ਤੁਸੀਂ ਉਹਨਾਂ ਵਿੱਚੋਂ ਜੋ ਸਹੀ ਜਵਾਬ ਹੈ ਉਸ 'ਤੇ ਤੁਸੀਂ ਸਹੀ ਦਾ ਨਿਸ਼ਾਨ ਲਗਾਓਗੇ। ਬੋਲੀ ਕਾਹਦਾ ਸਾਧਨ ਹੈ, ਬੋਲ ਚਾਲ ਦਾ। ਪਹਿਲਾ ਮਨੁੱਖ ਆਪਣਾ ਸੁਨੇਹਾ ਦੂਜੇ ਤੱਕ ਕਿਵੇਂ ਪਹੁੰਚਾਉਂਦਾ ਸੀ, ਇਸ਼ਾਰਿਆਂ ਰਾਹੀਂ। ਕਿਉਂ ਪਹੁੰਚਾਉਂਦਾ ਸੀ, ਕਿਉਂਕਿ ਉਸ ਸਮੇਂ ਆਦਿ ਮਨੁੱਖ ਸੀ, ਉਸ ਸਮੇਂ ਮਨੁੱਖ ਨੂੰ ਕੋਈ ਵੀ ਬੋਲੀ ਬਾਰੇ, ਭਾਸ਼ਾ ਬਾਰੇ ਕੋਈ ਗਿਆਨ ਨਹੀਂ ਸੀ। ਤਾਂ ਉਸ ਸਮੇਂ ਜੋ ਮਨੁੱਖ ਆਪਣੀ ਗੱਲਬਾਤ ਸਾਂਝੀ ਕਰਦਾ ਸੀ, ਤਾਂ ਉਹ ਚੀਕਾਂ ਰਾਹੀਂ, ਕੂਕਾਂ ਰਾਹੀਂ, ਸੰਕੇਤਾਂ ਰਾਹੀਂ, ਇਸ਼ਾਰਿਆਂ ਰਾਹੀਂ ਆਪਣੀ ਬੋਲੀ ਨੂੰ ਸਾਂਝੀ ਕਰਦਾ ਸੀ, ਆਪਣੇ ਮਨ ਦੇ ਵਿਚਾਰਾਂ ਨੂੰ ਸਾਂਝੀ ਕਰਦਾ ਸੀ ਦੂਜੇ ਵਿਅਕਤੀ ਨਾਲ। ਤਾਂ ਜਿਹੜੀਆਂ ਉਸ ਦੀਆਂ ਚੀਕਾਂ ਕੂਕਾਂ ਸੀ, ਉਹੀ ਉਸ ਸਮੇਂ ਬੋਲੀ ਦਾ ਰੂਪ ਧਾਰਨ ਕਰ ਗਈਆਂ ਸੀ। ਨੈਕਸਟ ਕੁਐਸਚਨ ਹੈ ਪਹਿਲੇ ਮਨੁੱਖ ਦੀ ਕਿਹੜੀ ਚੀਜ਼ ਬੋਲੀ ਦਾ ਰੂਪ ਧਾਰਨ ਕਰ ਗਈ ਸੀ, ਚੀਕਾਂ ਕੂਕਾਂ। ਮਨੁੱਖ ਕਿਸ ਦੇ ਸਹਾਰੇ ਅੱਜ ਦੀ ਬੋਲੀ ਦੇ ਰੂਪ ਤੱਕ ਪਹੁੰਚਾ ਹੈ। ਉਸ ਤੋਂ ਬਾਅਦ ਪਰਮਾਤਮਾ ਵੱਲੋਂ ਉਸ ਨੂੰ ਕੀ ਮਿਲਿਆ, ਇੱਕ ਦਿਮਾਗ ਦਿੱਤਾ ਗਿਆ, ਜਿਸ ਦੇ ਸਹਾਰੇ ਉਹ ਅੱਜ ਬੋਲੀ ਦੇ ਰੂਪ ਵਿੱਚ ਪਹੁੰਚਾ ਹੈ। ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ, 2 ਪ੍ਰਕਾਰ ਦੀ ਹੁੰਦੀ ਹੈ, ਬੋਲਚਾਲ ਦੀ ਅਤੇ ਮੌਖਿਕ ਭਾਸ਼ਾ। ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ। ਕਿਹੜੀ ਬੋਲੀ ਸ਼ੁੱਧ ਭਾਸ਼ਾ ਹੁੰਦੀ ਹੈ, ਲਿਖਤੀ। ਦੱਸਿਆ ਸੀ ਕਿ ਜੋ ਲਿਖਤੀ ਭਾਸ਼ਾ ਹੈ ਉਸ ਵਿੱਚ ਵਿਆਕਰਨਿਕ ਨਿਯਮ ਹੁੰਦੇ ਹਨ। ਵਿਆਕਰਨਿਕ ਨਿਯਮਾਂ ਵਿੱਚ ਬੱਝੀ ਹੁੰਦੀ ਹੈ ਤਾਂ ਉਹ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਪ੍ਰਦਾਨ ਕਰਦੀ ਹੈ। ਉਪਭਾਸ਼ਾ ਕਿਹੜੀ ਬੋਲੀ ਵਿੱਚੋਂ ਪੈਦਾ ਹੁੰਦੀ ਹੈ, ਬੋਲਚਾਲ ਦੀ ਭਾਸ਼ਾ ਵਿੱਚੋਂ। ਨੈਕਸਟ ਕੁਐਸਚਨ ਹੈ ਪੰਜਾਬੀ ਭਾਸ਼ਾ ਦੀਆਂ ਮੌਜੂਦਾ ਪੰਜਾਬ ਵਿੱਚ ਕਿੰਨੀਆਂ ਉਪਭਾਸ਼ਾਵਾਂ ਹਨ, 4। ਕਿਹੜੀ ਉਪਭਾਸ਼ਾ ਪਾਕਿਸਤਾਨੀ ਪੰਜਾਬ ਵਿੱਚ ਬੋਲੀ ਜਾਂਦੀ ਹੈ। ਪਾਕਿਸਤਾਨੀ ਪੰਜਾਬ ਵਿੱਚ ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਪੋਠੋਹਾਰੀ ਅਤੇ ਮੁਲਤਾਨੀ। ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਸੰਵਿਧਾਨ ਨੇ ਮਾਨਤਾ ਦਿੱਤੀ ਹੈ, 22। ਪੰਜਾਬ ਵਿੱਚ ਕਿੰਨੀਆਂ ਉਪਭਾਸ਼ਾਵਾਂ ਪ੍ਰਚਲਿਤ ਹਨ। ਪੰਜਾਬ ਵਿੱਚ ਟੋਟਲ ਪੁੱਛਿਆ ਤਾਂ 8 ਲਿਖਾਂਗੇ, ਜੇ ਆਪਾਂ ਨੂੰ ਮੌਜੂਦਾ ਪੰਜਾਬ ਵਿੱਚ ਪੁੱਛਿਆ ਤਾਂ ਅਸੀਂ 4 ਲਿਖਾਂਗੇ। ਪੰਜਾਬੀ ਪੰਜਾਬੀਆਂ ਦੀ ਕਿਹੜੀ ਭਾਸ਼ਾ ਕਹਾਉਂਦੀ ਹੈ, ਮਾਂ ਬੋਲੀ। ਉਸ ਤੋਂ ਬਾਅਦ ਹੈ ਲਿਖਤੀ ਪ੍ਰਸ਼ਨ। ਲਿਖਤੀ ਪ੍ਰਸ਼ਨ ਕਿਹੜੇ ਨੇ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਕੁਝ ਸ਼ਬਦਾਂ ਵਿੱਚ ਲਿਖੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ। ਉਹ ਆਪਾਂ ਨੈਕਸਟ ਕਰਦੇ ਹਾਂ। ਉਸ ਤੋਂ ਬਾਅਦ ਬੁੱਕ ਵਰਕ ਵਿੱਚ ਹੈ ਕੁਐਸਚਨ ਨੰਬਰ 4 ਖਾਲੀ ਥਾਵਾਂ ਭਰੋ। ਕਿ ਉੱਪਰ ਤੁਹਾਨੂੰ ਆਪਸ਼ਨਸ ਦਿੱਤੇ ਹੋਏ ਨੇ, ਉਹਨਾਂ ਨੂੰ ਦੇਖ ਕੇ ਅਸੀਂ ਖਾਲੀ ਥਾਵਾਂ ਭਰਨੀਆਂ ਨੇ। ਬੋਲੀ ਡੈਸ਼ ਪ੍ਰਕਾਰ ਦੀ ਹੁੰਦੀ ਹੈ, ਕੀ ਆਨਸਰ ਆਏਗਾ, 2 ਪ੍ਰਕਾਰ ਦੀ। ਲਿਖਤੀ ਬੋਲੀ ਡੈਸ਼ ਬੋਲੀ ਵੀ ਅਖਵਾਉਂਦੀ ਹੈ, ਅਸੀਂ ਲਿਖਤੀ ਬੋਲੀ ਨੂੰ ਟਕਸਾਲੀ ਬੋਲੀ ਵੀ ਕਹਿ ਦਿੰਦੇ ਹਾਂ ਅਤੇ ਸਾਹਿਤਕ ਭਾਸ਼ਾ ਵੀ ਕਹਿ ਦਿੰਦੇ ਹਾਂ। ਜੇ ਆਪਸ਼ਨ ਦੇ ਵਿੱਚ ਸਾਹਿਤਕ ਹੈ ਤਾਂ ਸਾਹਿਤਕ ਲਿਖੋਗੇ, ਜੇ ਟਕਸਾਲੀ ਹੈ ਤਾਂ ਟਕਸਾਲੀ ਲਿਖੋਗੇ। ਉਸ ਤੋਂ ਬਾਅਦ ਹੈ ਬੋਲਚਾਲ ਦੀ ਬੋਲੀ 'ਤੇ ਕਿਸੇ ਖਾਸ ਡੈਸ਼ ਦੀ ਬੋਲੀ ਦਾ ਅਸਰ ਹੁੰਦਾ ਹੈ। ਕਿਸ ਦਾ ਅਸਰ ਹੁੰਦਾ ਹੈ, ਕਿਸੇ ਖਾਸ ਇਲਾਕੇ ਦੀ, ਕਿ ਹਰੇਕ ਇਲਾਕੇ ਦੀ ਆਪਣੀ ਆਪਣੀ ਉਪਭਾਸ਼ਾ ਹੁੰਦੀ ਹੈ। ਫਿਰੋਜ਼ਪੁਰ ਮੁਕਤਸਰ ਵਿੱਚ ਡੈਸ਼ ਉਪਬੋਲੀ ਪ੍ਰਚਲਿਤ ਹੈ। ਕਿਹੜੀ ਬੋਲੀ ਪ੍ਰਚਲਿਤ ਹੈ, ਮਲਵਈ। ਲੁਧਿਆਣਾ ਮੋਗਾ ਵਿੱਚ ਡੈਸ਼ ਉਪਬੋਲੀ ਪ੍ਰਚਲਿਤ ਹੈ, ਮਲਵਈ। ਵੱਟਾਂ ਵਾਜਾਂ ਡੈਸ਼ ਦੇ ਲੋਕ ਬੋਲਦੇ ਹਨ। ਕਿਹੋ ਜਿਹੇ ਲੋਕ ਬੋਲਦੇ ਨੇ, ਦੁਆਬੇ ਦੇ। ਐਵੇਂ ਕਿਵੇਂ ਡੈਸ਼ ਦੇ ਲੋਕ ਬੋਲਦੇ ਹਨ, ਮਾਲਵੇ ਦੇ। ਇੱਥੇ ਆਨਸਰ ਆਏਗਾ ਮਾਲਵੇ ਦੇ ਲੋਕ। ਉਸ ਤੋਂ ਬਾਅਦ ਹੈ 5 ਨੰਬਰ ਕੁਐਸਚਨ ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ ਅਤੇ ਗਲਤ ਦੇ ਚਿੰਨ੍ਹ ਲਾਓ। ਜੋ ਸਹੀ ਹੈ ਸਹੀ ਦਾ ਨਿਸ਼ਾਨ ਲਗਾਓਗੇ, ਜੋ ਗਲਤ ਹੈ ਗਲਤ ਦਾ ਨਿਸ਼ਾਨ ਲਗਾਉਣਾ ਹੈ। ਪੰਜਾਬੀਆਂ ਦੀ ਮਾਤ ਭਾਸ਼ਾ ਹਿੰਦੀ ਹੈ, ਗਲਤ ਹੈ। ਪੰਜਾਬੀਆਂ ਦੀ ਮਾਤ ਭਾਸ਼ਾ ਹਿੰਦੀ ਨਹੀਂ, ਪੰਜਾਬੀ ਹੈ। ਅੰਗਰੇਜ਼ੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ, ਗਲਤ ਹੈ। ਅੰਗਰੇਜ਼ੀ ਭਾਰਤ ਦੀ ਅੰਤਰਰਾਸ਼ਟਰੀ ਭਾਸ਼ਾ ਹੈ। ਭਾਰਤ ਦੀ ਅੰਤਰਰਾਸ਼ਟਰੀ ਭਾਸ਼ਾ ਹਿੰਦੀ ਹੈ, ਗਲਤ ਹੈ। ਭਾਰਤ ਦੀ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਹੈ। ਉਪਬੋਲੀ ਇਲਾਕਾਈ ਬੋਲੀ ਹੁੰਦੀ ਹੈ, ਸਹੀ ਹੈ ਕਿ ਹਰੇਕ ਇਲਾਕੇ ਦੀ ਆਪਣੀ ਆਪਣੀ ਉਪਭਾਸ਼ਾ ਹੁੰਦੀ ਹੈ। ਬੋਲੀ ਗੱਲਬਾਤ ਦਾ ਸਫਲ ਸਾਧਨ ਹੈ, ਸਹੀ ਹੈ। ਉਸ ਤੋਂ ਬਾਅਦ 6 ਨੰਬਰ ਕੁਐਸਚਨ ਹੈ ਹੇਠ ਲਿਖੀਆਂ ਭਾਸ਼ਾਵਾਂ ਨੂੰ ਉਹਨਾਂ ਦੇ ਪ੍ਰਦੇਸ਼ਾਂ ਅਨੁਸਾਰ ਮੇਲੋ। ਤਾਂ ਤੁਸੀਂ 1 to 8 ਪਹਿਲਾਂ ਸ਼ਬਦਾਂ ਅੱਗੇ ਕਾਊਂਟਿੰਗ ਲਿਖੋਗੇ, ਨੰਬਰਿੰਗ ਲਿਖੋਗੇ, ਤਾਂ ਫਿਰ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਅਕੋਰਡਿੰਗ ਟੂ ਕਾਊਂਟਿੰਗ ਹੀ ਆਨਸਰ ਲਿਖੋਗੇ। ਬੰਗਾਲੀ, ਬੰਗਾਲ। ਅਸਾਮੀ, ਅਸਾਮ। ਕੰਨੜ, ਕਰਨਾਟਕਾ। ਮਰਾਠੀ, ਮਹਾਰਾਸ਼ਟਰ। ਪੰਜਾਬੀ, ਪੰਜਾਬ। ਹਿੰਦੀ, ਹਰਿਆਣਾ। ਉੜੀਸਾ, ਉੜੀਸਾ। ਕਸ਼ਮੀਰੀ, ਕਸ਼ਮੀਰ। ਇਹ ਸੀ ਆਪਣਾ ਇਸ ਚੈਪਟਰ ਦਾ ਬੁੱਕ ਵਰਕ। ਹੁਣ ਅਸੀਂ ਨੈਕਸਟ ਕਰਦੇ ਹਾਂ ਇਸ ਚੈਪਟਰ ਦੇ
क्वेश्चन आंसर। प्रश्न उत्तर फस्ट सैकेंड क्वेश्चन की दिता है, हेठ लिखे प्रश्नों के उत्तर कुछ शब्दों में लिखो। तो असी इन्हों के आंसर कुछ शब्दों में लिखने हैं। बोली का जन्म मनुख की किहड़ी चीज़ तो होया? दिमाग तो। पहला मनुख दूजे तक किवें गलबात पहुँचाउंदा सी? किवें पहुँचाउंदा सी? इशारियां राहीं, संकेतां राहीं। अज दा मनुख दूजे तक अपनी गल किवें पहुँचाउंदा है? बोल के जां लिख के। बोल चाल की भाषा किहो जी भाषा हुंदी है? अशुद्ध भाषा हुंदी है, क्योंकि असीं बोलते समय बहुत सारियां गलतियां करते हाँ। टकसाली भाषा किहो जी भाषा कहलाउंदी है? शुद्ध भाषा। टकसाली भाषा, लिखती भाषा जां ਸਾਹਿਤਕ भाषा। उपभाषावां किस दी घाट कारण पैदा होईयां ने? मेल मिलाप की घाट कारण। क्यों लोग मेल मिलाप घट करते सी? क्योंकि उस समय आवाजाही के साधन नहीं सन, तो लोगों नूं एक दूजे तक मिलण लई जां तां पैदल जाना पैंदा सी जां बैल गड्डियां दी सवारी करनी पैंदी सी, तां उन्हां नूं कई कई दिन लग जांदे सी। पंजाबी दीयां उपभाषावां दे नाम लिखो। पंजाबी दी उपभाषावां किहड़ियां ने? माझी, मलवई, दुआबी, पुआधी, मुल्तानी अते पोठोहारी। दुआबी भाषा के कोई 3 ਜ਼ਿਲ੍ਹੇ, दुआबी भाषा के कोई 3 ਜ਼ਿਲ੍ਹੇ ने, जलंधर, कपूरथला ते हुशियारपुर। उस तो नैक्सट क्वेश्चन है, मलवई उपभाषा के 3 ਜ਼ਿਲ੍ਹੇ लिखो। 3 ਜਾਂ 4 ਜ਼ਿਲ੍ਹੇ लिखने ने, बठिंडा, मानसा, मुक्तसर। तुसीं इस तो इलावा कोई होर भी लिख सकते हो। ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ? 22 ਭਾਸ਼ਾਵਾਂ ਨੂੰ। ਪੰਜਾਬ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ? 3 ਭਾਸ਼ਾਵਾਂ। ਸਿਰਫ ਗਿਣਤੀ ਪੁੱਛਿਆ ਤਾਂ 3, ਜੇ ਪੁੱਛਿਆ ਕਿਹੜੀਆਂ? ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਪੰਜਾਬ ਵਿੱਚ ਵਾਧੂ ਵਿਸ਼ੇ ਦੇ ਤੌਰ 'ਤੇ ਕਿੰਨੀਆਂ ਭਾਸ਼ਾਵਾਂ ਸਿੱਖੀਆਂ ਜਾਂਦੀਆਂ ਨੇ? ਕਿਹੜੀਆਂ ਅਸੀਂ ਭਾਸ਼ਾਵਾਂ ਨੂੰ ਸਿੱਖਦੇ ਹਾਂ? ਪੰਜਾਬ ਤੁਹਾਨੂੰ ਦੱਸਿਆ ਸੀ, ਵੈਸੇ ਸਾਡੇ ਪੰਜਾਬ ਵਿੱਚ 3 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਪਰ ਇਹਨਾਂ 3 ਤੋਂ ਬਿਨਾਂ ਸਾਨੂੰ ਅਸੀਂ ਵਾਧੂ ਵਿਸ਼ੇ ਦੇ ਤੌਰ 'ਤੇ 2 ਭਾਸ਼ਾਵਾਂ ਹੋਰ ਬੋਲਦੇ ਹਾਂ, ਪੜ੍ਹਦੇ ਹਾਂ, ਉਰਦੂ ਅਤੇ ਸੰਸਕ੍ਰਿਤ। ਅੰਗਰੇਜ਼ੀ ਨੂੰ ਭਾਰਤ ਵਿੱਚ ਕਿਸ ਭਾਸ਼ਾ ਦੇ ਰੂਪ ਵਿੱਚ ਅਪਣਾਇਆ ਗਿਆ ਹੈ? ਅੰਤਰਰਾਸ਼ਟਰੀ। ਹਿੰਦੀ ਭਾਰਤ ਦੀ ਕਿਹੜੀ ਭਾਸ਼ਾ ਅਖਵਾਉਂਦੀ ਹੈ? ਰਾਸ਼ਟਰੀ। ਉਸ ਤੋਂ ਥਰਡ ਕੁਐਸਚਨ ਹੈ ਨੈਕਸਟ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ। ਤਾਂ ਤੁਸੀਂ ਇਹਨਾਂ ਕੁਐਸਚਨ ਦੇ ਆਨਸਰ ਅਸੀਂ 2 ਜਾਂ 3 2 ਔਰ 3 ਲਾਈਨਸ ਦੇ ਵਿੱਚ ਲਿਖਣੇ ਆ। फस्ट क्वेश्चन है, बोलचाल की भाषा किसनूं आखदे हन? बोलचाल की भाषा किहड़ी हुंदी है? कि जो व्यक्ति अपने मन के विचारां नूं, भावां नूं दूसरे व्यक्ति नाल बोल के साझी करता है। जिहड़ी भाषा असीं मूँहों बोल के अपनी आम गलबात करन लई वरतदे हां, इह साडी बोलचाल की भाषा अखवाउंदी है। सैकेंड क्वेश्चन है, लिखती जां टकसाली बोली किसनूं आखदे हन? इह किहो जी भाषा हुंदी है? लिखती भाषा किहो जी भाषा हुंदी है? जदों किसी बारे कोई गल लिख के पहुँचाउणी होवे, असीं अपने विचारां नूं लिख के साझे करना होवे, तां इस नूं असीं लिखती जां टकसाली बोली कहंदे हां। इह किहो जी भाषा हुंदी है? शुद्ध भाषा हुंदी है। नैक्सट क्वेश्चन है, पंजाबी दीयां उपभाषावां दे पैदा होण दे की? पंजाबी जिहड़ी उपभाषा वो किवें पैदा होई? मेल मिलाप की घाट करके जिथे कोई रहिंदा सी वो अपने हिसाब नाल शब्द बोलते सी, तां इस तरह उपभाषावां उत्थे पैदा हो गईयां सन। पंजाबी ਦੀਆਂ ਉਪਭਾਸ਼ਾਵਾਂ ਦਾ ਅਸਰ ਕਿਸ ਕਰਕੇ ਘਟ ਰਿਹਾ ਸੀ? ਕਿਉਂ ਘਟ ਰਿਹਾ ਸੀ? ਆਵਾਜਾਈ ਦੇ ਸੰਚਾਰ ਦੇ ਸਾਧਨਾਂ ਦੇ ਆਮ ਹੋਣ ਨਾਲ ਉਪਭਾਸ਼ਾਵਾਂ ਦਾ ਫਰਕ ਕਾਫੀ ਹੱਦ ਤੱਕ ਘਟਦਾ ਜਾ ਰਿਹਾ ਸੀ। ਭਾਰਤ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੇ ਨਾਮ ਦੱਸੋ। ਆਪਾਂ ਨੇ ਸ਼ਾਰਟ ਕੁਐਸਚਨ ਦੇ ਵਿੱਚ ਕੀਤਾ ਕਿ ਭਾਰਤ ਵਿੱਚ ਕਿੰਨੀਆਂ ਪ੍ਰਚਲਿਤ ਭਾਸ਼ਾਵਾਂ ਨੇ? 22 ਭਾਸ਼ਾਵਾਂ ਨੇ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਵੱਲੋਂ ਮਾਨਤਾ ਮਿਲੀ ਹੈ। ਉਹਨਾਂ ਦੇ ਨਾਮ ਲਿਖਣੇ ਹੈ, ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ, ਬੰਗਾਲੀ, ਉੜੀਆ, ਸਾਮੀ, ਕਸ਼ਮੀਰੀ, ਤਾਮਿਲ, तेलुगु, कन्नड़, मलयालम, उर्दू, संस्कृत, कोंकणी, मणिपुरी, सिंधी, नेपाली, बोडो, संतली, मैथिली ते डोगरी। नैक्सट क्वेश्चन है, पंजाब विच कितनियां भाषावां बोलियां जांदियां हन? पंजाबी भाषा की विशेषता दसो। तो पंजाब विच कितनियां भाषावां बोलियां जांदियां ने? 3 भाषावां बोलियां जांदियां ने, पंजाबी, हिंदी अते अंग्रेजी। उस तो बाद है पंजाबी भाषा की विशेषता है? पंजाबी भाषा किहो जी भाषा? एक मिठी ते म्यारी भाषा है। ਇਹ ਪੰਜਾਬੀਆਂ ਦੀ ਮਾਤ ਭਾਸ਼ਾ ਅਖਵਾਉਂਦੀ ਹੈ ਅਤੇ ਹਰੇਕ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੁੰਦਾ ਹੈ। ਇਹ ਸੀ ਬੱਚੇ ਅੱਜ ਦਾ ਆਪਣਾ ਚੈਪਟਰ ਲੈਂਗੁਏਜ ਬੁੱਕ ਦਾ ਫਸਟ ਚੈਪਟਰ ਬੋਲੀ ਜਾਂ ਭਾਸ਼ਾ ਬਾਰੇ। ਥੈਂਕ ਯੂ।